देश दुनिया च वसदे पंजाबियों को जी आया। मैं हरजिंदर सिंह रंधावा, तुम देख रहे हो पंजाब टेलीविजन और मेरे नाल ने मनप्रीत रंधावा। मनप्रीत जी, जी आया। शुक्रिया रंधावा जी। मनप्रीत जी, किसानां नाल जग्गों 13वीं हुई आ, लेकिन हुण सियासत हो रही है। कैप्टन अमरिंदर सिंह भी तलब कर ले गए ने, लेकिन सुमेध सिंह सैनी नाल संबंधित एक मामला आ रहा कि वह पंजाब दे विचों अपने केस बाहर शिफ्ट कराउण च कामयाब होणगे कि नहीं होणगे, ये तुहाडे तो पुछांगे। लेकिन ਇਹਦੇ ਨਾਲ ਅਕਾਲੀ ਦਲ ਦੀ ਅੱਜ ਕੋਰ ਕਮੇਟੀ ਦੀ ਮੀਟਿੰਗ ਹੈ। ਸਿਕੰਦਰ ਸਿੰਘ ਮਲੂਕਾ ਅਜੇ ਟੇਢੇ ਹੋਏ ਫਿਰਦੇ ਆ। ਉਧਰ 5 ਦਿਨਾਂ ਦਾ ਵਿਧਾਨ ਸਭਾ ਸੈਸ਼ਨ ਸੱਦਿਆ। ਸਿੱਧੂ ਨੇ ਕਿਹਾ ਕਿ ਇਹ ਮੰਗਿਆ ਕਿ ਇਹਨੂੰ ਤੁਸੀਂ ਵਧਾਓ ਔਰ ਜਿਹੜੇ ਪੀਪੀਏ ਇਹਨਾਂ ਨੂੰ ਉੱਥੇ ਰੱਦ ਕਰਨ, ਜਿਹੜੇ ਚੁਣੇ ਹੋਏ ਐਮਐਲਏ ਆ ਉਹ ਇਹਦੇ ਤੇ ਇੱਕ ਬਿੱਲ ਲਿਆਉਣ। ਮੈਂ ਕਿਸਾਨਾਂ ਵੱਲੋਂ ਗੱਲ ਤੋਰਨੀ ਚਾਹੂੰਗਾ ਕਿਉਂਕਿ ਇਹ ਮਸਲੇ ਸਾਰੇ ਹੀ ਸੈਂਸਿਟਿਵ ਨੇ। ਕਿਸਾਨਾਂ ਨਾਲ ਜਿਸ ਤਰੀਕੇ ਨਾਲ ਧੱਕੇਸ਼ਾਹੀ ਕੀਤੀ ਗਈ ਆ, ਹੁਣ ਸਿਆਸਤ ਬਹੁਤ ਜ਼ੋਰ ਫੜ ਗਈ ਹੈ। ਹਰਿਆਣੇ ਵਾਲੇ ਕੈਪਟਨ ਅਮਰਿੰਦਰ ਸਿੰਘ ਤੇ ਦੋਸ਼ ਲਾਈ ਜਾਂਦੇ ਆ ਔਰ ਉੱਥੇ ਉਹਨਾਂ ਦੇ ਜਿਹੜੇ ਉਪ ਮੁੱਖ ਮੰਤਰੀ ਆ ਉਹਨਾਂ ਲਈ ਵੀ ਬਹੁਤ ਔਖਾ ਹੋ ਗਿਆ ਅਗਲਾ ਸਫ਼ਰ। ਕੀ ਕਹੋਗੇ ਇਹਦੇ ਉੱਤੇ? ਤੁਹਾਨੂੰ ਲੱਗਦਾ ਹੈ ਕਿ ਕਿਸਾਨੀ ਅੰਦੋਲਨ ਅੱਗੇ ਨਾਲੋਂ ਬਹੁਤ ਤੇਜ਼ੀ ਨਾਲ ਵਧੇਗਾ ਔਰ ਹਰਿਆਣੇ ਦੀ ਸਰਕਾਰ ਤੇ ਕੋਈ ਅਸਰ ਆਉਂਦਾ ਦਿਸਦਾ? ਮੈਨੂੰ ਤਾਂ ਸ਼ੁਰੂ ਚ ਇੰਜ ਲੱਗਿਆ ਸੀ ਜਿਵੇਂ ਖੱਟੜ ਨਾਲ ਮੋਦੀ ਗਵਰਨਮੈਂਟ ਨਾਰਾਜ਼ ਆ ਕਿ ਤੁਸੀਂ ਢਿੱਲ ਵਰਤਦੇ ਹੋ ਤੇ ਉਹਨਾਂ ਦੇ ਬਦਲੇ ਜਾਣ ਦੀਆਂ ਕਨਸੂਆਂ ਵੀ ਸੀ। ਸ਼ਾਇਦ ਉਸ ਤਰ੍ਹਾਂ ਦੀ ਕਿਸੇ ਜ਼ੋਰ ਜ਼ਬਰਦਸਤੀ ਦੇ ਵਿੱਚੋਂ ਨੰਬਰ ਬਣਾਉਣ ਦੀ ਕਵਾਇਦ ਦੇ ਵਿੱਚ ਆਪਣਾ ਜ਼ਿਆਦਾ ਨੁਕਸਾਨ ਕਰਾ ਗਏ। ਤੁਸੀਂ ਟਿੱਪਣੀ ਦਿਆ ਜੇ। ਰੰਧਾਵਾ ਜੀ, ਇਹ 'ਚ ਕੋਈ ਸ਼ੱਕ ਨਹੀਂ ਹੈ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਜੋ ਹੋਇਆ ਕਰਨਾਲ ਦੇ ਵਿੱਚ ਸ਼ਨੀਚਰਵਾਰ 28 ਅਗਸਤ ਨੂੰ ਬਹੁਤ ਮੰਦਭਾਗਾ। ਔਰ ਤੁਸੀਂ ਦੇਖੋ ਖਾਸ ਤੌਰ ਤੇ ਇਸ ਕਰਕੇ ਲਾਠੀਚਾਰਜ ਤਾਂ ਇੱਥੇ ਹੋਇਆ। ਵੈਸੇ ਤਾਂ ਕੱਲ ਪਟਿਆਲੇ ਦੇ ਵਿੱਚ ਜਿਹੜੇ ਅਧਿਆਪਕ ਸੀਗੇ ਜਿਨ੍ਹਾਂ ਨੂੰ ਕਿਹਾ ਸੀਗੇ ਕਿ ਤੁਹਾਨੂੰ ਪੱਕੀ ਨੌਕਰੀ ਦੇਵਾਂਗੇ, ਉਹਨਾਂ ਤੇ ਵੀ ਲਾਠੀਚਾਰਜ ਹੋਇਆ। ਲੇਕਿਨ ਜੋ 28 ਅਗਸਤ ਦੀ ਮੈਂ ਗੱਲ ਕਰ ਰਿਹਾ ਸ਼ਨੀਚਰਵਾਰ ਨੂੰ ਕਰਨਾਲ ਦੇ ਵਿੱਚ ਹੋਇਆ, ਉਹ ਵਾਕਿਆ ਮੰਦਭਾਗਾ ਇਸ ਕਰਕੇ ਆ ਕਿ ਉੱਥੋਂ ਦੇ ਇੱਕ ਐਸਡੀਐਮ, ਉੱਥੋਂ ਦੇ ਜਿਹੜੇ ਐਸਡੀਐਮ ਸੀਗੇ ਆਯੂਸ਼ ਸਿਨਹਾ, ਆਈਐਸ ਅਫੀਸਰ ਨੇ ਸੰਨ 2018 ਬੈਚ ਦੇ, ਉਹ ਕਹਿੰਦੇ ਹੋਏ ਸੁਣੇ ਗਏ ਪੁਲਿਸ ਕਰਮੀਆਂ ਨੂੰ। ਤੇ ਬਾਅਦ ਦੇ ਵਿੱਚ ਉਹ ਵੀਡੀਓ ਸਾਰੇ ਲੋਕਾਂ ਨੇ, ਦੁਨੀਆ ਭਰ ਦੇ ਵਿੱਚ ਉਹ ਵਾਇਰਲ ਹੋਇਆ। ਕਹਿੰਦੇ ਵੀ ਤੁਸੀਂ ਇਹਨਾਂ ਨੂੰ ਵੜਨ ਨਹੀਂ ਦੇਣਾ, ਇਹਨਾਂ ਦੇ ਸਰ ਏਦਾਂ ਕਰੋ, ਲਾਠੀਆਂ ਮਾਰੋ, ਸਿਰ ਭੰਨ ਦਿਓ ਜੇ ਕੋਈ ਅੱਗੇ ਆਉਂਦਾ। ਇਹ ਸ਼ਰੇਆਮ ਉਹਨਾਂ ਦੀਆਂ ਗੱਲਾਂ ਗਈਆਂ। ਜਦੋਂ ਇਹ ਗੱਲਾਂ ਗਈਆਂ ਤੇ ਬਾਅਦ ਚ ਆਪਾਂ ਨੂੰ ਇਹ ਵੀ ਪਤਾ ਲਾਠੀਚਾਰਜ ਹੋਇਆ। ਬਹੁਤ ਸਾਰੇ ਜਿਹੜੇ ਕਿਸਾਨ ਸੀ, ਆਪਾਂ ਲਹੂ ਲੁਹਾਨ ਹੁੰਦੇ ਵੀ ਦੇਖੇ, ਉਹਨਾਂ ਦੇ ਸਿਰ ਪਾਟੇ ਹੋਏ ਵੀ ਦੇਖੇ। ਤੇ ਇੱਕ ਕਿਸਾਨ ਜਿਹੜੇ ਸੀਗੇ ਉਹਨਾਂ ਦੀ ਮੌਤ ਵੀ ਹਾਲਾਂਕਿ ਕਿਹਾ ਜਾਂਦਾ ਕਿ ਦਿਲ ਦਾ ਦੌਰਾ ਪੈਣ ਕਰਕੇ ਹੋਈ ਆ, ਲੇਕਿਨ ਉਹਨਾਂ ਨੂੰ ਸੱਟਾਂ ਵੱਜੀਆਂ ਸੀ ਤੇ ਜ਼ੇਰੇ ਇਲਾਜ ਸੀ ਤੇ ਉਸ ਤੋਂ ਬਾਅਦ ਮੌਤ ਹੋਈ। ਖੈਰ, ਜਾਂਚ ਦਾ ਵਿਸ਼ਾ ਕਿਸ ਤਰ੍ਹਾਂ ਹੋਈ। ਲੇਕਿਨ ਇੱਕ ਗੱਲ ਆ ਕਿ ਉਹਨਾਂ ਨੂੰ ਬਾਅਦ ਦੇ ਵਿੱਚ ਜਿਸ ਤਰ੍ਹਾਂ ਦਾ ਉਹਨਾਂ ਦਾ ਵੀਡੀਓ ਵਾਇਰਲ ਹੋਇਆ, ਜਿਸ ਤਰ੍ਹਾਂ ਦੀ ਉਹਨਾਂ ਦੀ ਸ਼ਬਦਾਵਲੀ ਸੀ, ਲੱਗਦਾ ਤੈਅ ਸੀ ਇਸ ਤਰ੍ਹਾਂ ਹਰਿਆਣੇ ਸਰਕਾਰ ਵੱਲੋਂ ਕਿ ਕਿਸਾਨਾਂ ਤੇ ਲਾਠੀਆਂ ਵਰਾਉਣੀਆਂ ਹੀ ਵਰਾਉਣੀਆਂ, ਉਹਨਾਂ ਨੂੰ ਮਾਰਨਾ ਹੀ ਆ। ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਨਹੀਂ ਹੁੰਦਾ ਕਿ ਪਹਿਲਾਂ ਇੱਕ ਡਿਫੈਂਸ ਮੈਕੈਨਿਜ਼ਮ ਹੁੰਦਾ ਕਿ ਅਸੀਂ ਪਹਿਲਾਂ ਰੋਕਾਂਗੇ, ਉਹਨਾਂ ਨੂੰ ਪਿਆਰ ਨਾਲ ਸਮਝਾਵਾਂਗੇ ਜੇ ਕੋਈ ਗੱਲ ਹੁੰਦੀ। ਕਿਉਂਕਿ ਉੱਥੇ ਮਨੋਹਰ ਲਾਲ ਖੱਟਰ ਹੋਣਾ ਦੀ ਕਰਨਾਲ ਦੇ ਵਿੱਚ ਬੀਜੇਪੀ ਦੀ ਉਸ ਦਿਨ ਮੀਟਿੰਗ ਸੀ, ਮੀਟਿੰਗ ਦਾ ਕਿਸਾਨਾਂ ਨੇ ਵਿਰੋਧ ਕਰਨਾ ਸੀ। ਸੋ ਉਹਨਾਂ ਨੂੰ ਉਹ ਇੱਕ ਰੇਖਾ ਤੇ ਜਾਂ ਇੱਕ ਸੀਮਾ ਤੇ ਉਹਨਾਂ ਨੂੰ ਰੋਕਿਆ ਜਾ ਸਕਦਾ ਸੀ। ਲੇਕਿਨ ਜੋ ਕੁਝ ਹੋਇਆ ਉਹ ਵਾਕਈ। ਔਰ ਉਸ ਤੋਂ ਬਾਅਦ ਤੁਸੀਂ ਦੇਖੋ ਮਨੋਹਰ ਲਾਲ ਖੱਟਰ ਇਹ ਕਹਿੰਦੇ ਨੇ ਕਿ ਦੇਖੋ ਜੀ ਉਹਨਾਂ ਦੀ ਸ਼ਬਦਾਵਲੀ ਮਾੜੀ ਹੋ ਸਕਦੀ ਆ, ਲੇਕਿਨ ਜਿਹੜੀ ਉਹਨਾਂ ਦੀ ਨੀਅਤ ਸੀ, ਜੋ ਕਰਨਾ ਸੀ, ਸਖਤੀ ਤਾਂ ਵਰਤਣੀ ਪਊਗੀ। ਦੁਸ਼ਯੰਤ ਕੁਮਾਰ ਚੌਟਾਲਾ ਜਿਹੜੇ ਡਿਪਟੀ ਚੀਫ ਮਿਨਿਸਟਰ ਆ, ਜਿਨ੍ਹਾਂ ਦੇ ਮੋਢਿਆਂ ਤੇ ਜਾਂ ਜਿਨ੍ਹਾਂ ਦੇ ਨਾਲ ਸਰਕਾਰ ਮਨੋਹਰ ਲਾਲ ਖੱਟਰ ਹੋਣਾ ਦੀ ਖੜੀ ਆ, ਉਹ ਕਹਿੰਦੇ ਆ ਵੀ ਇਸ ਐਸਡੀਐਮ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ। ਕਰਨਾਲ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ ਉਹ ਆ ਕੇ ਫਿਰ ਡਿਫੈਂਡ ਕਰਦੇ ਨੇ। ਮੇਰਾ ਕਹਿਣ ਦਾ ਮਤਲਬ ਹੈ ਜਿਹੜੀ ਬਿਊਰੋਕ੍ਰੇਸੀ ਆ। ਵੈਸੇ ਰੰਧਾਵਾ ਜੀ, ਇੱਕ ਗੱਲ ਮੈਂ ਹੋਰ ਕਹਿਣੀ ਚਾਹੂੰਗਾ ਕਿ ਤੁਸੀਂ ਦੇਖੋ ਇਹ ਸਾਰੇ ਜਿਹੜੇ ਯੂਪੀਐਸਸੀ ਜਦੋਂ ਕਲੀਅਰ ਕਰਦੇ ਨੇ, ਇਹ ਜਾ ਕੇ ਮਸੂਰੀ ਦੀ ਅਕੈਡਮੀ ਹੈ, ਲਾਲ ਬਹਾਦਰ ਸ਼ਾਸਤਰੀ ਅਕੈਡਮੀ, ਉੱਥੇ ਜਾ ਕੇ ਇਹ ਟ੍ਰੇਨਿੰਗ ਲੈਂਦੇ ਆ। ਤੇ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿਉਂਕਿ ਇਹ ਵੀ ਬੜੇ ਯੰਗ ਆਫਿਸਰ ਨੇ ਸੰਨ 2018 ਦੇ ਬੈਚ ਦੇ। ਕੀ ਇਸ ਤਰ੍ਹਾਂ ਦੀ ਟ੍ਰੇਨਿੰਗ ਮਿਲਦੀ ਆ? ਕੀ ਇਹਨਾਂ ਨੂੰ ਲੋਕਤੰਤਰ ਦੇ ਵਿੱਚ, ਡੈਮੋਕ੍ਰੇਸੀ ਦੇ ਵਿੱਚ ਆਪਣੇ ਲੋਕਾਂ ਦੇ ਲਾਠੀਆਂ ਵਰਾਉਣ ਦੀ ਟ੍ਰੇਨਿੰਗ ਮਿਲਦੀ ਆ? ਔਰ ਜਿਹੜੀ ਸ਼ਬਦਾਵਲੀ ਯੂਜ਼ ਕਰ ਰਹੇ ਆ, ਮੈਂ ਪੁਲਿਸ ਅਫਸਰਾਂ ਨੂੰ ਦੇਖਿਆ ਸੀ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਦੇ ਹੋਏ, ਲੇਕਿਨ ਇੱਕ ਸਿਵਲ ਸਰਵੈਂਟ, ਇੱਕ ਯੰਗ ਸਿਵਲ ਆਫਿਸਰ ਜਿਹੜਾ ਆਈਐਸ ਆਫਿਸਰ, ਉਹ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਣ, ਵਾਕਿਆ ਬਹੁਤ ਮੰਦਭਾਗਾ ਤੇ ਲੱਗਦਾ ਕਿ ਸਾਡੀ ਟ੍ਰੇਨਿੰਗ ਕਿੱਧਰ ਨੂੰ ਜਾ ਰਹੀ ਆ। ਦੂਸਰੇ ਪਾਸੇ ਤੁਸੀਂ ਦੇਖੋ ਜਿਹੜੀ ਆਈਐਸ ਆਫਿਸਰਸ ਦੀ ਐਸੋਸੀਏਸ਼ਨ ਆ, ਆਮ ਤੌਰ ਤੇ ਬੜੀ ਨਿੱਕੀ ਨਿੱਕੀ ਗੱਲ ਤੇ ਟਿੱਪਣੀ ਕਰਦੀ ਆ, ਸਟੇਟਮੈਂਟਾਂ ਜਾਰੀ ਕਰਦੀ ਆ। ਹਜੇ ਤੱਕ ਉਹਨਾਂ ਨੇ ਇਸ ਚੀਜ਼ ਨੂੰ ਕੰਡੈਮ ਨਹੀਂ ਕੀਤਾ। ਹਾਲਾਂਕਿ ਕੁਝ ਜਿਹੜੇ ਐਕਸ ਆਈਐਸ ਆਫਿਸਰ ਨੇ ਸਾਬਕਾ, ਉਹਨਾਂ ਦੀ ਮੈਂ ਸਟੇਟਮੈਂਟ ਜ਼ਰੂਰ ਪੜ੍ਹ ਰਿਹਾ ਸੀ ਕਿ ਉਹਨਾਂ ਨੇ ਇਸ ਨੂੰ ਬੜਾ ਮੰਦਭਾਗਾ ਕਿਹਾ। ਇੱਕ ਚੀਜ਼ ਹੋਰ ਐਡ ਕਰਦਾ ਰੰਧਾਵਾ ਜੀ, ਕਿਉਂਕਿ ਗੱਲ ਕਰਨੀ ਬਣਦੀ ਆ। ਤੁਸੀਂ ਦੇਖੋ ਬੀਜੇਪੀ ਦੇ ਗਵਰਨਰ ਨੇ, ਬੀਜੇਪੀ ਵੱਲੋਂ ਲਾਏ ਗਏ ਨੇ ਮੇਘਾਲਿਆ ਦੇ ਸਤਪਾਲ ਮਲਿਕ,
ਪਹਿਲਾਂ ਵੀ ਹਾਂ ਕਿਸਾਨਾਂ ਦੇ ਜਿਹੜੇ ਹੱਕ 'ਚ ਬੋਲਦੇ ਰਹੇ ਆ। ਜੰਮੂ ਕਸ਼ਮੀਰ ਦੇ ਵਿੱਚ ਜਦੋਂ ਧਾਰਾ 370 ਹਟਾਈ ਗਈ ਸੀ ਤੇ 35A ਹਟਾਈ ਗਈ ਸੀ, ਉਸ ਦੌਰਾਨ ਉਹੀ ਗਵਰਨਰ ਸੀ। ਬਾਅਦ ਦੇ ਵਿੱਚ ਉਹਨਾਂ ਨੂੰ ਗੋਆ ਦਾ ਲਾਇਆ ਗਿਆ ਗਵਰਨਰ, ਤੇ ਹੁਣ ਇਸ ਟਾਈਮ ਇਹ ਗੱਲ ਹੈ ਤੇ ਉਹਨਾਂ ਨੇ ਕਿਹਾ ਕਿ ਮਨੋਹਰ ਲਾਲ ਖੱਟਰ ਨੂੰ, ਮੁੱਖ ਮੰਤਰੀ ਨੂੰ, ਮਾਫੀ ਮੰਗਣੀ ਚਾਹੀਦੀ ਆ। ਇਸ ਅਫਸਰ ਨੂੰ 1 ਮਿੰਟ ਵੀ ਇਸ ਪੋਜੀਸ਼ਨ ਤੇ ਰਹਿਣ ਦਾ ਅਧਿਕਾਰ ਨਹੀਂ ਆ। ਜੀ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ? ਬਿਲਕੁਲ ਮਨਪ੍ਰੀਤ ਜੀ, ਦੇਖੋ ਆਪਣੇ 2015 ਚ ਬਰਗਾੜੀ ਚ ਜੋ ਵਾਪਰਦਾ, ਔਰ ਜੇ ਅਸੀਂ ਅਕਸਰ ਇਹ ਗੱਲ ਕਹਿੰਦੇ ਆ ਕਿ ਜਿਹੜੇ ਅਫਸਰ ਹੁੰਦੇ ਆ ਉਹਨਾਂ ਦੇ ਪੈਰ ਧਰਤੀ ਤੋਂ ਥੋੜੇ ਉੱਪਰ ਹੀ ਰਹਿੰਦੇ ਆ, ਜਿਵੇਂ ਪੋਲੀਟੀਸ਼ੀਅਨ ਚਲਾਉਂਦੇ ਆ ਪੋਸਟਿੰਗਸ ਲਈ ਜਾਂ ਹੋਰ ਛੋਟੇ-ਛੋਟੀਆਂ ਰਾਹਤਾਂ ਲਈ ਜਾਂ ਛੋਟੇ-ਛੋਟੇ ਫਾਇਦਿਆਂ ਲਈ, ਉਵੇਂ ਤੁਰ ਪੈਂਦੇ ਆ। ਅੱਜ ਤੱਕ ਕਿੰਨੇ ਪੁਲਿਸ ਅਫਸਰ ਜਿਹੜੇ ਆ ਉਹ ਅਦਾਲਤਾਂ ਦਾ ਚੱਕਰ ਕੱਟ ਰਹੇ ਆ, ਅਜੇ ਵੀ ਕੁਝ ਕਲੀਅਰ ਨਹੀਂ ਹੋ ਰਿਹਾ ਕਿ ਉਦੋਂ ਹੁਕਮ ਕਿਹਨੇ ਦਿੱਤੇ ਸੀ। ਇਸੇ ਤਰੀਕੇ ਨਾਲ ਜਦੋਂ ਅਸੀਂ ਹੁਣ ਅਫਸਰਾਂ ਨੂੰ ਟਾਰਗੇਟ ਕਰ ਰਹੇ ਹਾਂ ਹਰਿਆਣੇ ਦੇ ਵਿੱਚ ਕਿ ਕੌਣ ਕੀ ਬੋਲ ਰਿਹਾ, ਮੈਨੂੰ ਲੱਗਦਾ ਕਿ ਜਿਹੜੇ ਇਹਨਾਂ ਦੇ ਸਿਆਸੀ ਬੌਸ ਹੁੰਦੇ ਆ, ਕੀਤਾ ਕਰਾਇਆ ਸਾਰਾ ਕੁਝ ਉਹਨਾਂ ਵੱਲੋਂ ਹੁੰਦਾ ਹੈ ਕਿ ਪਹਿਲਾਂ ਨੀਤੀ ਬਣ ਜਾਂਦੀ ਹੈ, ਤੈਅ ਹੋ ਜਾਂਦਾ ਕਿ ਕਿਹੜਾ ਸੁਨੇਹਾ ਕਿੱਥੇ ਤੇ ਕਿੱਦਾਂ ਦਾ ਲੱਗਣਾ ਚਾਹੀਦਾ। ਉਹ ਕਹਿੰਦੇ ਹੁੰਦੇ ਨਾ ਵੀ ਕਹਿਣਾ ਧੀ ਨੂੰ ਤੇ ਸੁਣਾਉਣਾ ਨੂੰਹ ਨੂੰ। ਮੈਨੂੰ ਇੰਝ ਲੱਗਦਾ ਕਿ ਕਿਸਾਨਾਂ ਨੂੰ ਸਬਕ ਸਿਖਾਉਣ ਦੀ ਗੱਲ ਸੀ ਇਹਦੇ ਵਿੱਚ। ਮੈਨੂੰ ਇੱਥੇ ਕਿਤੇ ਇਹ ਵੀ ਲੱਗਦਾ ਕਿ ਜਦੋਂ ਕਿਸਾਨ 9 ਮਹੀਨੇ ਪਹਿਲਾਂ ਇੱਥੋਂ ਚੱਲੇ ਸੀ, ਸ਼ਾਇਦ ਗਵਰਨਮੈਂਟ ਉੱਪਰਲੀ ਥੱਲੇ ਵਾਲੀ ਨਾਲ ਔਖੀ ਸੀ ਕਿ ਤੁਸੀਂ ਆਰਾਮ ਨਾਲ ਆਉਣ ਦਿੱਤੇ, ਉਦੋਂ ਦਾ ਹੀ ਖੱਟੜ ਪੰਗੇ 'ਚ ਨੇ। ਹੁਣ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਉਹ ਆਪਣੇ ਉੱਪਰਲੇ ਬੌਸ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਸਾਰੀ ਜਨਤਾ ਨੂੰ ਨਾਰਾਜ਼ ਕਰ ਬੈਠਿਆ। ਹੁਣ ਇੱਥੋਂ ਲੰਘਣਾ ਔਖਾ ਹੋ ਗਿਆ, ਇਹ ਰਾਹ ਔਖਾ ਹੋ ਗਿਆ। ਅਫਸਰ ਜਿਹੜੇ ਨੇ ਉਹ ਅਕਸਰ ਇਸ਼ਾਰੇ ਨਾਲ ਚੱਲਦੇ ਆ। ਤੁਹਾਨੂੰ ਲੱਗਦਾ ਕਿ ਸਿਆਸੀ ਇਸ਼ਾਰੇ ਅਹਿਮ ਸੀ ਇਸ ਮਾਮਲੇ 'ਚ? ਕਿਉਂਕਿ ਪਿਛਲੇ ਦਿਨਾਂ 'ਚ ਸੁਪਰੀਮ ਕੋਰਟ ਨੇ ਵੀ ਕਿਹਾ ਸੀ ਰਾਹ ਰਸਤੇ ਖਾਲੀ ਕਰਾਓ, ਇਹ ਲੋਕਾਂ, ਇਹ ਹੱਕ ਹਕੂਕ ਕਿਸਾਨਾਂ ਦੇ ਨਾਲ ਨਾਲ ਲੋਕਾਂ ਦੇ ਵੀ ਹੈਗੇ ਆ। ਸੋ ਮੈਨੂੰ ਲੱਗਦਾ ਕਿ ਕਿਤੇ ਕਿਤੇ ਗਲਤੀ ਹੋਈ ਆ ਸਿਆਸੀ ਪੱਧਰ ਤੇ ਵੱਡੀ। ਬਿਲਕੁਲ ਠੀਕ ਗੱਲ ਆ। ਤੁਸੀਂ ਸੁਪਰੀਮ ਕੋਰਟ ਦੀ ਗੱਲ ਕਹੀ ਆ। ਜਨਵਰੀ ਦੇ ਵਿੱਚ ਚੀਫ ਜਸਟਿਸ ਹੁੰਦੇ ਸੀ ਸਾਬਕਾ ਐਸਏ ਬੋਬਡੇ, ਮੈਨੂੰ ਉਹਨਾਂ ਦਾ ਵੀ ਯਾਦ ਆ। ਤੇ ਹੁਣ ਰੀਸੈਂਟਲੀ ਵੀ ਸੁਪਰੀਮ ਕੋਰਟ ਨੇ ਕਿਹਾ ਕਿ ਕਿਸਾਨ ਜਿਹੜਾ ਸ਼ਾਂਤਮਈ ਅੰਦੋਲਨ ਕਰ ਰਹੇ ਆ, ਬਿਲਕੁਲ ਸਾਫ਼ ਤੇ ਸਪਸ਼ਟ ਕਰ ਦਿੱਤਾ ਉਹਨਾਂ ਨੇ ਰੰਧਾਵਾ ਜੀ ਕਿ ਉਹਨਾਂ ਦਾ ਹੱਕ ਆ, ਉਹਨਾਂ ਦਾ ਅਧਿਕਾਰ ਆ, ਉਹਨਾਂ ਦਾ ਫੰਡਾਮੈਂਟਲ ਰਾਈਟ ਆ। ਤੇ ਜੇ ਤੁਸੀਂ ਸੜਕਾਂ ਤੇ ਉਹਨਾਂ ਨੂੰ ਬਹਿਣ ਨਹੀਂ ਦਿੰਦੇ, ਦੇਖੋ ਇੱਕ ਗੱਲ ਬੜੀ ਸਪਸ਼ਟ ਹੈ ਇਹਦੇ ਵਿੱਚ ਰੰਧਾਵਾ ਜੀ ਕਿ ਕਿਸਾਨ ਆਪਣੀ ਮਰਜ਼ੀ ਨਾਲ ਸੜਕਾਂ ਤੇ ਨਹੀਂ ਬੈਠੇ। ਉਹਨਾਂ ਨੂੰ ਇੱਥੇ ਰੋਕਿਆ ਗਿਆ। ਉਹ ਤਾਂ ਰਾਮਲੀਲਾ ਮੈਦਾਨ 'ਚ ਜਾਣਾ ਚਾਹੁੰਦੇ ਸੀ। ਉਹਨਾਂ ਨੇ ਕਿਹਾ ਸੀ ਕਿਉਂਕਿ ਰਾਮਲੀਲਾ ਮੈਦਾਨ ਦੇ ਵਿੱਚ ਅਕਸਰ ਧਰਨੇ ਪ੍ਰਦਰਸ਼ਨ ਹੁੰਦੇ ਆ, ਉੱਥੇ ਇਕੱਠ ਹੁੰਦੇ ਤੇ ਉਹਨਾਂ ਨੂੰ ਜਾਣ ਦਿੱਤਾ ਜਾਂਦਾ। ਲੇਕਿਨ ਕਿਉਂਕਿ ਸਰਕਾਰ ਨੇ ਇਹਨਾਂ ਦੀਆਂ ਹੱਦਾਂ ਇੱਥੇ ਤੈਅ ਕਰਤੀਆਂ, ਇਹਨਾਂ ਨੂੰ ਸਿੰਘੂ ਬਾਰਡਰ ਤੇ, ਤਿੱਕਰੀ ਬਾਰਡਰ ਤੇ, ਸ਼ਾਹਜਹਾਨਪੁਰ ਬਾਰਡਰ ਜਾਂ ਗਾਜ਼ੀਪੁਰ ਬਾਰਡਰ, ਇਹ ਚਾਰੇ ਬਾਰਡਰਾਂ ਤੇ ਰੋਕ ਦਿੱਤਾ ਗਿਆ। ਇਸ ਕਰਕੇ ਮਜਬੂਰੀ 'ਚ ਉਹਨਾਂ ਨੂੰ ਬੈਠਣਾ ਪਿਆ। ਵੈਸੇ ਵੀ ਮੈਂ ਉੱਥੇ ਗਿਆ ਰੰਧਾਵਾ ਜੀ, ਤੁਸੀਂ ਦੇਖੋ ਅਖੀਰ ਤੇ ਜਿੱਥੇ ਸਟੇਜ ਲੱਗਦੀ ਸੀ ਕਿਸਾਨਾਂ ਦੀ, ਸੰਯੁਕਤ ਕਿਸਾਨ ਮੋਰਚੇ ਦੀ, ਉੱਥੋਂ ਤੱਕ ਗੱਡੀ ਜਾਂਦੀ ਸੀ ਤੇ ਉਹਨਾਂ ਦੇ ਵਲੰਟੀਅਰ ਆਪ ਉੱਥੋਂ ਤੱਕ ਗੱਡੀ ਲੰਘਾਉਂਦੇ ਹੁੰਦੇ ਸੀ। ਬੈਰੀਕੇਡਿੰਗ ਕੀਤੀ ਆ, ਕਿੱਲਾਂ ਲਾਈਆਂ, ਤਾਰਾਂ ਲਾਈਆਂ, ਇੱਕ ਤਰ੍ਹਾਂ ਦੀਆਂ ਸਰਹੱਦਾਂ ਬਣਾਈਆਂ। ਇਹ ਦੇਖੋ ਦਿੱਲੀ ਪੁਲਿਸ ਨੇ ਬਣਾਈਆਂ। ਸੀਏ ਦੇ ਪ੍ਰੋਟੈਸਟ ਦੇ ਦੌਰਾਨ ਵੀ ਦਿੱਲੀ ਪੁਲਿਸ ਨੇ ਇਸ ਤਰ੍ਹਾਂ ਦੀ ਬੈਰੀਕੇਡਿੰਗ ਕੀਤੀ ਸੀ ਤਾਂ ਕਿ ਜਿਹੜਾ ਲੋਕਾਂ ਦਾ ਮਤ ਆ ਜਾਂ ਲੋਕਾਂ ਦੀ ਪਰਸੈਪਸ਼ਨ ਆ ਉਹ ਪ੍ਰੋਟੈਸਟ ਦੇ ਖਿਲਾਫ ਜਾਂ ਜਿਹੜੇ ਪ੍ਰੋਟੈਸਟ ਧਰਨਾ ਪ੍ਰਦਰਸ਼ਨ ਕਰ ਰਹੇ ਆ ਉਹਨਾਂ ਦੇ ਖਿਲਾਫ ਜਾਵੇ। ਇਸ ਤਰ੍ਹਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਹਮੇਸ਼ਾ ਹੁੰਦੀਆਂ ਰਹੀਆਂ। ਔਰ ਤੁਹਾਡੀ ਗੱਲ ਠੀਕ ਆ, ਅਫਸਰ ਇਸ਼ਾਰੇ ਨਾਲ ਚੱਲਦੇ ਆ, ਪਰ ਕਈ ਵਾਰੀ ਅਫਸਰ ਆਪਣੇ ਅਕਾਵਾਂ ਨੂੰ, ਆਪਣੇ ਸਿਆਸੀ ਨੇਤਾਵਾਂ ਨੂੰ ਵੱਧ ਖੁਸ਼ ਕਰਨ ਦੇ ਚੱਕਰ, ਜਿਸ ਤਰ੍ਹਾਂ ਤੁਸੀਂ ਮਨੋਹਰ ਲਾਲ ਖੱਟਰ ਦੀ ਐਗਜ਼ਾਮਪਲ ਦਿੱਤੀ ਆ, ਕਈ ਵਾਰੀ ਸੀਮਾ ਪਾਰ ਕਰ ਜਾਂਦੇ ਨੇ, ਉਹ ਹੱਦ ਲੰਘ ਜਾਂਦੇ ਨੇ, ਜਿਸ ਕਰਕੇ ਉਹਨਾਂ ਨੂੰ ਨਮੋਸ਼ੀ ਚੱਲਣੀ ਪੈਂਦੀ ਹੈ। ਔਰ ਮੈਨੂੰ ਲੱਗਦਾ ਮਨਪ੍ਰੀਤ ਜੀ ਮੁੜ ਕੇ ਕੀਮਤ ਵੀ ਚੁਕਾਉਣੀ ਪੈਂਦੀ ਆ, ਕੀਮਤ ਚੁਕਾਉਣੀ ਪੈਂਦੀ ਆ। ਦੇਖੋ ਖੱਟੜ ਸਾਹਿਬ ਨੂੰ ਤਾਂ ਸ਼ਾਇਦ ਨਜ਼ਰ ਆਉਂਦਾ ਹੋਵੇ ਕਿ ਅਨਲ ਵਿੱਚ ਮਾਰੋ ਮਾਰ ਕਰਦੇ ਚੜੇ ਆਉਂਦੇ ਆ, ਉਹਨਾਂ ਦਾ ਆਰਐਸਐਸ ਦੇ ਵਿੱਚ ਵੀ ਤੇ ਉੱਤੇ ਵੀ ਅਸਰ ਚੰਗਾ ਹੈ, ਬੜਬੋਲੇ ਤਾਂ ਹੈਗੇ ਆ, ਸਿੱਧੇ ਹਿੱਕ 'ਚ ਵੱਜਦੇ ਆ। ਉਹ ਬੰਦਾ ਵੀ ਕੁਰਸੀ ਨੂੰ ਐ ਲਾਗੋਂ ਵਹਿੰਦਾ, ਨੀਚ ਲਾ ਕੇ ਤੱਕਦਾ ਪਿਆ, ਪਤਾ ਨਹੀਂ ਕਦੋਂ ਖੋ ਕੇ ਲੈ ਜੇ। ਲੇਕਿਨ ਜੇ ਮੈਂ ਇਸੇ ਤਰ੍ਹਾਂ ਦੇ ਲਾਠੀਚਾਰਜ ਔਰ ਉਹ ਜਿਹੜੀ ਗੋਲੀ 2015 ਚ ਚੱਲੀ ਸੀ, ਜੇ ਉਹਨੂੰ ਯਾਦ ਕਰਾਂ ਤੇ 2 ਘਟਨਾਕ੍ਰਮ ਇਹਦੇ ਨਾਲ ਵੀ ਜੁੜਦੇ ਆ। ਸੁਮੇਧ ਸਿੰਘ ਸੈਣੀ ਫਿਰ ਇੱਕ ਵਾਰੀ ਹਾਈ ਕੋਰਟ ਚ ਗਏ ਆ, ਰੁੱਖ ਕੀਤਾ ਉਹਨਾਂ ਉਧਰ ਦਾ ਕਿ ਮੇਰੇ ਨਾਲ ਧੱਕਾ ਹੋ ਰਿਹਾ ਔਰ ਇਹ ਵੰਡੈਟਾ ਹੈ, ਇਹ ਮੇਰੇ ਨਾਲ ਬਦਲਾਖੋਰੀ ਹੋ ਰਹੀ ਆ। ਉਹ ਭਰਤਿੰਦਰ ਚਹਿਲ ਦਾ ਫਿਰ ਜ਼ਿਕਰ ਆ ਰਿਹਾ ਕਿ ਇਹਨਾਂ ਨਾਲ ਉਦੋਂ ਮੈਂ ਵਿਜੀਲੈਂਸ ਹੁੰਦਿਆਂ, ਚੀਫ ਹੁੰਦਿਆਂ ਜਦੋਂ ਇਹ ਬੰਦੇ ਨੂੰ ਫੜਿਆ ਸੀ, ਤੇ ਹੁਣ ਉਹ ਵਿਜੀਲੈਂਸ ਚੀਫ ਦੇ ਜਰੀਏ ਮੈਨੂੰ ਫੜਨਾ ਚਾਹੁੰਦੇ ਆ, ਮੈਨੂੰ ਕੇਸ ਹੀ ਮੇਰੇ ਸਾਰੇ ਇੱਥੋਂ ਸ਼ਿਫਟ ਕਰ ਦਿਓ। ਸੋ ਉਹ ਇਸ ਤਰ੍ਹਾਂ ਦੀ ਰਾਹਤ ਲੈਣਾ ਚਾਹੁੰਦੇ ਆ। ਪਰ ਇੱਕ ਸੰਕੇਤ ਜਿਹਾ ਹੈ ਕਿ ਉਹ ਕਹਿੰਦੇ ਆ ਕਿ ਜਿਹੜੇ ਜੱਜ ਨੇ, ਮਾਣਯੋਗ ਜੱਜ ਨੇ ਰਿਟਾਇਰ ਹੋ ਜਾਣਾ ਜਾਂ ਉਹਨਾਂ ਨੇ ਅਹੁਦਾ ਛੱਡ ਦੇਣਾ 1-2 ਦਿਨ ਚ, ਉਹੀ ਸੁਣਵਾਈ ਕਰਕੇ ਜਾਣ। ਇਹ ਜਿੱਦ ਜਾਂ ਇਹ ਇਸ ਤਰ੍ਹਾਂ ਦੀ ਮੰਗ, ਤੁਹਾਨੂੰ ਲੱਗਦਾ ਕਿ ਇਹ ਕਿਸੇ ਹੱਦ ਤੱਕ ਸੁਮੇਧ ਸਿੰਘ ਸੈਣੀ ਪੰਜਾਬ ਚੋਂ ਕੇਸ ਜਾਂ ਪੰਜਾਬ ਪੁਲਿਸ ਕੋਲੋਂ ਕੇਸ ਤਬਦੀਲ ਕਰਾਉਣ ਦੇ ਵਿੱਚ ਕਾਮਯਾਬ ਹੋ ਜਾਣਗੇ ਜੀ? ਰੰਧਾਵਾ ਜੀ, ਪਹਿਲਾਂ ਤੁਸੀਂ 2015 ਦੀ ਮੈਂ ਇੱਕ ਲਾਈਨ ਬਸ ਉਹ 'ਚ ਐਡ ਕਰਦਾ। ਸੰਨ 2017 ਦੇ ਵਿੱਚ ਮੱਧ ਪ੍ਰਦੇਸ਼ ਮੰਦਸੌਰ ਦੇ ਵਿੱਚ 6 ਕਿਸਾਨ ਮਾਰੇ ਗਏ ਸੀ 6 ਜੂਨ ਨੂੰ।
ਤੇ ਉਸ ਟਾਈਮ ਵੀ ਇਨਕੁਆਇਰੀਆਂ ਹੋ ਗਈਆਂ ਸੀ ਅਫਸਰਾਂ ਦੇ ਖਿਲਾਫ, ਪੁਲਿਸ ਦੇ ਖਿਲਾਫ, ਲੇਕਿਨ 1 ਸਾਲ ਬਾਅਦ ਇਨਕੁਆਇਰੀ ਆਉਂਦੀ ਹੈ। ਔਰ ਇੱਕ ਮੈਂ ਤੁਹਾਨੂੰ ਹੋਰ ਦੱਸਦਾ, ਉਸ ਟਾਈਮ ਉੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ। ਉਸ ਤੋਂ ਬਾਅਦ ਕਮਲਨਾਥ ਦੀ ਸਰਕਾਰ, ਕਾਂਗਰਸ ਦੀ ਸਰਕਾਰ ਵੀ ਉੱਥੋਂ ਆ ਕੇ ਚਲੀ ਗਈ, ਲੇਕਿਨ ਕਿਸਾਨਾਂ ਨੂੰ ਉੱਥੇ ਕਦੇ ਇਨਸਾਫ ਨਹੀਂ ਮਿਲਿਆ। ਵਾਪਸ ਆਉਂਦੇ ਆਪਾਂ ਸੁਮੇਧ ਸਿੰਘ ਸੈਣੀ ਹੋਣਾ ਤੇ। ਸੁਮੇਧ ਸਿੰਘ ਸੈਣੀ ਹੋਣਾ ਨੇ, ਜਿਸ ਤਰ੍ਹਾਂ ਜਸਟਿਸ ਅਜੇ ਕੁਮਾਰ ਤਿਆਗੀ ਉਹਨਾਂ ਦੇ ਕੋਰਟ ਦੇ ਵਿੱਚ ਇਹ ਕੇਸ ਲੱਗਾ, ਤੇ ਹੁਣ ਉਹਨਾਂ ਦੇ ਰਿਟਾਇਰਮੈਂਟ ਹੋਣ ਦੀਆਂ ਜਿਹੜੀ ਗੱਲਾਂ ਚੱਲ ਰਹੀਆਂ। ਦੇਖੋ, ਸੁਮੇਧ ਸਿੰਘ ਸੈਣੀ ਹੋਣਾ ਦਾ ਕੇਸ ਇਸੇ ਕੋਰਟ ਨੇ ਇੱਕ ਵਾਰੀ ਵਗਾ ਕੇ ਮਾਰਿਆ ਸੀ, ਜਦੋਂ ਇਹਨਾਂ ਨੇ ਕਿਹਾ ਸੀ ਕਿ ਮੇਰੀ ਗ੍ਰਿਫਤਾਰੀ ਤੋਂ ਪਹਿਲਾਂ ਜਾਂ ਜਿਹੜੇ ਮੇਰੇ ਤੇ ਧਾਰਾਵਾਂ ਲਾਉਣੀਆਂ, ਕਿਸੇ ਵੀ ਤਰ੍ਹਾਂ ਦੇ ਸੈਕਸ਼ਨ ਲਾਉਣੇ ਆ, ਤੇ ਤੁਹਾਡੇ ਤੋਂ ਪਹਿਲਾਂ ਪੁੱਛਿਆ ਜਾਵੇ। ਉਹ ਕਹਿੰਦੇ ਇਸ ਤਰ੍ਹਾਂ ਨਹੀਂ ਹੁੰਦਾ। ਲੇਕਿਨ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਜਿਸ ਤਰ੍ਹਾਂ ਇਹਨਾਂ ਨੂੰ ਅਰੈਸਟ ਕੀਤਾ, ਇਹ ਰਾਤ ਨੂੰ ਗਏ। ਤੁਸੀਂ ਦੇਖੋ, ਇਹਦੇ ਵਿੱਚ ਸੁਮੇਧ ਸਿੰਘ ਸੈਣੀ ਹੋਣਾ ਨੂੰ ਆਪਾਂ ਬਿਲਕੁਲ ਇਹ ਨਹੀਂ ਕਹਿ ਸਕਦੇ ਨਿਰਪੱਖ ਹੋ ਕੇ ਜੇ ਦੇਖੀਏ ਕਿ ਰਾਤ ਨੂੰ ਜਾਂਦੇ ਨੇ 8:15 ਵਜੇ ਆਪਣੀ ਗੱਡੀ ਦੇ ਵਿੱਚ ਪੇਸ਼ ਹੋਣ, ਕਿਤੇ ਨਾ ਕਿਤੇ, ਔਰ ਕੋਈ ਸਿਕਿਉਰਿਟੀ ਨਹੀਂ ਲੈ ਕੇ ਜਾਂਦੇ। Z+ ਉਹਨਾਂ ਕੋਲ ਸਿਕਿਉਰਿਟੀ ਆ, ਔਰ ਆਮ ਤੌਰ ਤੇ ਹਵਾਲਾ ਦਿੰਦੇ ਨੇ ਕਿ ਮੇਰੀ ਜਾਨ ਨੂੰ ਬੜਾ ਖਤਰਾ। ਕਿਤੇ ਨਾ ਕਿਤੇ ਇਹ ਜਿਹੜੀਆਂ ਚਾਲਾਂ ਸੀ, ਇਹ ਸਾਰਿਆਂ ਨੂੰ ਸਮਝ ਵੀ ਆਉਂਦੀਆਂ ਸੀ, ਔਰ ਸਮੇਂ-ਸਮੇਂ ਦੀ ਉਹਨਾਂ ਨੂੰ ਖਬਰ ਹੁੰਦੀ ਆ। ਹੁਣ ਜਿੱਥੋਂ ਤੱਕ ਇਹ ਕਹਿ ਰਹਾ ਤੁਹਾਡਾ ਕਿ ਕੀ ਉਹ ਕਾਮਯਾਬ ਹੋਣ ਜਾਣਗੇ, ਦੇਖੋ ਕੋਸ਼ਿਸ਼ਾਂ ਇਹਨਾਂ ਦੀਆਂ ਨੇ, ਇਹਨਾਂ ਦੇ ਸਾਰਿਆਂ ਦੀਆਂ ਵਕੀਲਾਂ ਦੀਆਂ, ਬਹੁਤ ਸਾਰੇ ਵਕੀਲ ਲੈ ਕੇ ਜਾਂਦੇ ਨੇ। ਔਰ ਕਈ ਵਾਰੀ ਆਪਾਂ ਪਹਿਲਾਂ ਵੀ ਸਵਾਲ ਚੱਕਿਆ ਕਿ ਇਹਨਾਂ ਕੋਲੇ ਵਕੀਲਾਂ ਦੇ ਪੈਸੇ ਕਿੱਥੋਂ ਆਉਂਦੇ ਆ। ਕੋਰਟ ਤੇ ਬਹੁਤ ਮੁਤੱਸਰ ਕਰਦਾ, ਕੋਰਟ ਤੇ ਹੀ ਸਾਰਾ ਨਿਰਭਰ ਕਰਦਾ ਕਿ ਉਹ ਇਹਨਾਂ ਕੇਸਾਂ ਨੂੰ ਕਿਤੇ ਟ੍ਰਾਂਸਫਰ ਕਰਨਾ ਚਾਹੁੰਦੇ ਆ ਜਾਂ ਨਹੀਂ ਚਾਹੁੰਦੇ। ਲੇਕਿਨ ਇਹਦੇ ਨਾਲ ਜਿਹੜੀ ਕੋਰਟ ਦੀ ਇੱਕ ਵਿਸ਼ਵਸਨੀਯਤਾ ਜਾਂ ਉਹਨਾਂ ਦੀ ਭਰੋਸਗੀ ਆ, ਉਹ ਜ਼ਰੂਰ ਇਹਦੇ ਨਾਲ ਸਵਾਲਾਂ ਦੇ ਕਟਹਿਰੇ ਚ ਆਉਂਦੀ ਹੈ ਕਿ ਜੇ ਇੱਥੇ ਵੀ ਕੇਸ ਚੱਲਦੇ ਨੇ, ਕੋਈ ਵੀ ਕੋਰਟ ਆ, ਉਹ ਤੇ ਸਾਨੂੰ ਭਰੋਸਾ ਕਰਨਾ ਪਊਗਾ, ਉਸ ਤੇ ਸਾਨੂੰ ਟਰਸਟ ਕਰਨਾ ਪਊਗਾ। ਉਸ ਤੋਂ ਬਾਅਦ ਹੀ ਜਿਹੜਾ ਆਪਾਂ ਕਹਿ ਸਕਦੇ ਆ, ਹਾਂ ਬਹੁਤ ਸਾਰੇ ਕੇਸ ਟ੍ਰਾਂਸਫਰ ਹੁੰਦੇ ਆ, ਇਹ 'ਚ ਕੋਈ ਸ਼ੱਕ ਨਹੀਂ। ਕਿਉਂਕਿ ਜਦੋਂ ਕਿਸੇ ਇਸ ਤਰ੍ਹਾਂ ਦੇ ਜਿਸ ਤੇ ਕੇਸ ਚੱਲ ਰਹੇ ਹੋਣ ਕਿਸੇ ਦੋਸ਼ੀ ਤੇ, ਉਹਨੂੰ ਲੱਗਦਾ ਕਿ ਮੈਨੂੰ ਕੋਰਟ ਨਿਆਂ ਨਹੀਂ ਦੇ ਸਕਦਾ, ਤੇ ਉਹਦਾ ਹੱਕ ਆ, ਉਹਦਾ ਰਾਈਟ ਆ ਕਿ ਉਹ ਜਿਹੜੇ ਕੇਸ ਆ ਉਹ ਟ੍ਰਾਂਸਫਰ ਕਰਾ ਸਕਦਾ। ਲੇਕਿਨ ਕਰੂਗਾ ਕੋਰਟ? ਜੀ ਕਰੇਗਾ ਕਿ ਨਹੀਂ ਕਰੇਗਾ, ਇਹ ਕੋਰਟ ਦੀ ਡਿਸਕ੍ਰਿਸ਼ਨ ਹੈ, ਔਰ ਉਹ ਤੱਥਾਂ ਨੂੰ ਧਿਆਨ ਚ ਰੱਖ ਕੇ ਅੱਗੇ ਵਧਣਗੇ, ਇਹਦੇ ਚ ਕੋਈ ਦੋ ਰਾਵਾਂ ਨਹੀਂ। ਲੇਕਿਨ ਮੈਂ ਤੁਹਾਨੂੰ ਇਹ ਜਾਣਨਾ ਚਾਹੁੰਦਾ ਹੈ ਕਿ ਇਸੇ ਮਾਮਲੇ ਚ ਮੈਂ ਲਗਾਤਾਰ ਉਹ ਖਬਰ ਹੀ ਦੇਖ ਰਿਹਾ ਸੀਗਾ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਤਲਬ ਕੀਤਾ ਹੈ ਧਿਆਨ ਸਿੰਘ ਮੰਡ ਹੋਣਾ, ਜਿਨ੍ਹਾਂ ਨੂੰ ਤੁਸੀਂ ਮਤਵਾਜੀ ਜਥੇਦਾਰ ਕਹਿੰਦੇ ਹੋ, ਉਹਨਾਂ ਨੂੰ ਸੱਦਿਆ ਹੈ ਕਿ ਜਿਹੜੇ ਬਰਗਾੜੀ ਮਾਮਲਿਆਂ 'ਚ ਸਾਰੀ ਗੱਲ ਸੀ। ਸੋ ਇਹਦੇ ਉੱਤੇ ਮੈਨੂੰ ਦੱਸਿਓ ਕਿ ਪਹਿਲਾਂ ਉਹਨਾਂ ਨੇ 2 ਮੰਤਰੀ ਤੇ 3 MLA ਸੱਦੇ ਸੀਗੇ। ਉਹਨਾਂ ਦੀ ਚਿੱਠੀ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਤਲਬ ਕਰ ਲਿਆ। ਸ਼ਾਇਦ ਉਹਨਾਂ ਨੇ ਕਿਹਾ ਸੀ ਅਸੀਂ ਤੇ ਵਿਚੋਲੀਏ ਸੀਗੇ ਜੀ, ਜੋ ਫੈਸਲੇ ਲਏ ਉਹ ਕੈਪਟਨ ਅਮਰਿੰਦਰ ਸਿੰਘ ਨੇ ਲਏ, ਧਰਨਾ ਚੁਕਾਉਣ ਵਾਲੇ। ਇੱਕ ਖਬਰ ਹੋਰ ਮੈਂ ਇਹਦੇ ਨਾਲ ਦੇਖ ਰਿਹਾ, ਇਸੇ ਸਬੰਧ ਦੇ ਵਿੱਚ ਜਿਹੜੀ ਹਵਾਰਾ ਕਮੇਟੀ ਬਣੀ ਹੈ, ਤੁਹਾਨੂੰ ਯਾਦ ਹੋਵੇ ਬਰਗਾੜੀ ਤੋਂ ਬਾਅਦ ਜਦੋਂ ਮੋਰਚਾ ਚੱਕਿਆ ਗਿਆ ਸੀ ਤਾਂ ਇੱਕ ਕਮੇਟੀ ਬਣ ਗਈ ਸੀਗੀ, ਕਹਿੰਦੇ ਜੀ ਧਿਆਨ ਸਿੰਘ ਮੰਡ ਆਪ ਉਧਰੇ ਫੈਸਲੇ ਲੈ ਰਹੇ ਆ। ਤੇ ਇਹ ਹਵਾਰਾ ਦੇ ਜਥੇਦਾਰ, ਹਵਾਰਾ ਦੇ ਜਿਹੜੇ ਆ ਜਗਤਾਰ ਸਿੰਘ ਹਵਾਰਾ ਦੇ ਸ਼ਾਇਦ ਐਕਟਿੰਗ ਲਾਏ ਹੋਏ ਸੀ, ਮੇਨ ਜਥੇਦਾਰ ਉਦੋਂ ਉਹ ਜਿਹੜੇ ਸਰਬੱਤ ਖਾਲਸਾ ਨੇ ਲਾਏ ਸੀ, ਜਥੇਦਾਰ ਹਵਾਰਾ ਲਾਏ ਸੀ। ਉਹਨਾਂ ਦੀ ਪ੍ਰੋਫੈਸਰ ਬਲਜਿੰਦਰ ਸਿੰਘ ਬੁਲਾਰੇ ਨੇ ਜੀ 5 ਮੈਂਬਰੀ ਕਮੇਟੀ ਦੇ, ਉਹਨਾਂ ਕਿਹਾ ਜੀ ਕੋਈ ਸਲਾਹ ਮਸ਼ਵਰਾ ਕੈਪਟਨ ਨੂੰ ਤਲਬ ਕਰਨ ਦਾ ਭਾਈ ਹਵਾਰਾ ਨਾਲ ਨਹੀਂ ਕੀਤਾ ਮੰਡ ਨੇ। ਸੋ ਇੱਥੇ ਵੀ ਇੱਕ ਸਿਆਪਾ ਖੜਾ ਹੋ ਗਿਆ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਜੇ ਨਹੀਂ ਆਉਂਦੇ ਤੇ ਇਹ ਸ਼ੇਕ ਦਿੰਦੇ ਆ ਤੇ ਉਹਨਾਂ ਲਈ ਪੰਗਾ, ਜੇ ਇਹ ਜਾਂਦੇ ਆ ਤਾਂ ਸ਼੍ਰੋਮਣੀ ਕਮੇਟੀ ਕਹਿੰਦੀ ਆ ਤੁਸੀਂ ਤਾਂ ਸਾਡੇ ਬਰਾਬਰ ਦੇ ਕਿਸੇ ਹੋਰ ਜਥੇਦਾਰ ਨੂੰ ਮਾਨਤਾ ਦੇ ਰਹੇ ਹੋ, ਜਿਵੇਂ ਪਿਛਲੀ ਵਾਰੀ ਕਿਹਾ ਸੀ ਬੀਬੀ ਜਗੀਰ ਕੌਰ ਨੇ। ਸੋ ਇਹ ਵੀ ਇੱਕ ਟੇਢੀ ਖੀਰ ਬਣ ਗਈ ਆ। ਬਰਗਾੜੀ ਮਾਮਲੇ, ਉਹ ਗੋਲੀ ਕਾਂਡ, ਉਹ ਇਨਸਾਫ ਨਾਲ ਜੁੜੀਆਂ SITs ਤੇ ਇਸੇ ਤਰ੍ਹਾਂ ਦੀਆਂ ਇਹ ਸਾਰੀਆਂ ਗੱਲਾਂ ਅੱਗੇ ਵੱਧ ਰਹੀਆਂ ਨੇ। ਔਰ ਇੱਕ ਟਿੱਪਣੀ ਹੋਰ ਮੈਂ ਤੁਹਾਡੀ ਚਾਹੂੰਗਾ ਕਿ ਸ਼ਾਇਦ ਸੁਮੇਧ ਸਿੰਘ ਸੈਣੀ ਨੂੰ ਆਵਾਜ਼ ਦੇ ਨਮੂਨੇ ਦੇਣ ਲਈ ਵੀ ਦਿੱਲੀ ਸੱਦਿਆ ਗਿਆ। ਇਹ ਵੀ ਕੁਝ ਗੱਲਾਂ ਹੋਈਆਂ। ਮੈਂ ਇੱਕ ਇੰਟਰਵਿਊ ਚ ਸੁਣ ਰਿਹਾ ਸੀ ਕਿ ਸੁਖਜਿੰਦਰ ਸਿੰਘ ਰੰਧਾਵਾ ਕਹਿ ਰਹੇ ਸੀ ਕਿ ਮੈਨੂੰ LK ਯਾਦਵ ਕਹਿੰਦੇ ਸੀ ਮੈਂ ਮਿਲਣਾ ਚਾਹੁੰਦਾ, ਕਹਿੰਦੇ ਜੀ ਮੇਰਾ ਤਾਂ ਕੋਈ ਲੈਣ ਦੇਣ ਹੀ ਨਹੀਂ, ਮੈਂ ਕਦ ਤੋਂ ਮਿਲਾਂ। ਸੋ ਇਹ ਬੜੀਆਂ ਪਚੀਦਗੀਆਂ, ਮੈਨੂੰ ਦੱਸਿਓ ਕੁੱਲ ਮਿਲਾ ਕੇ ਕੀ ਹੋ ਰਿਹਾ। ਦੇਖੋ ਰੰਧਾਵਾ ਜੀ, ਪਹਿਲਾਂ ਤੁਸੀਂ ਸ਼ੁਰੂਆਤ ਕੀਤੀ ਹੈ ਗੱਲ ਤੋਂ ਕਿ ਇੱਕ ਸਿੱਖ ਕੌਮ ਨੂੰ ਸੇਧ ਦੇਣ ਲਈ ਆਮ ਤੌਰ ਤੇ ਅਸੀਂ ਮੰਨਦੇ ਹਾਂ ਜਿਹੜੇ ਅਕਾਲ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਵੀ ਹੁਕਮ ਆਉਂਦੇ ਨੇ ਤੇ ਸਿੱਖ ਕੌਮ ਸਾਰੀ ਮੰਨ ਕੇ ਚੱਲਦੀ ਹੈ, ਦੁਨੀਆ ਦੇ ਕਿਸੇ ਹਿੱਸੇ 'ਚ ਵੀ ਉਹ ਹੋਵੇ। ਲੇਕਿਨ ਜਦੋਂ ਮਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਇੱਕ ਪਾਸੇ ਹੁਕਮ ਕਰ ਰਹੇ ਹੋਣ, ਇਸੇ ਤਰ੍ਹਾਂ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਗਤਾਰ ਸਿੰਘ ਹਵਾਰਾ ਉਹ ਆਪਣੇ ਵੱਲੋਂ ਫੈਸਲੇ ਲੈ ਰਹੇ ਹੋਣ, ਤੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਐਕਟਿੰਗ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ, ਉਹਨਾਂ ਵੱਲੋਂ ਅਲੱਗ ਫੈਸਲੇ ਹੋਣ, ਤਾਂ ਸਿੱਖ ਕੌਮ ਬਹੁਤ ਕਨਫਿਊਜ਼ ਹੋ ਜਾਂਦੀ ਆ। ਉਹਨਾਂ ਨੂੰ ਸਮਝ ਨਹੀਂ ਆਉਂਦਾ, ਇੱਕ ਭੰਬਲ ਭੁੱਸਾ ਪਿਆ ਲੱਗਦਾ। ਦੇਖੋ, ਜਿਹੜਾ ਅਸਲੀ ਮੁੱਦਾ ਹੁੰਦਾ ਕਈ ਵਾਰੀ ਉਸ ਤੋਂ ਧਿਆਨ ਹੀ ਹਟ ਜਾਂਦਾ। ਪਹਿਲਾਂ ਤਾਂ ਸਾਨੂੰ ਇਹ ਸਮਝਣਾ ਪਊਗਾ ਕਿ ਇਹਨਾਂ ਨੂੰ ਆਪਸ ਦੇ ਵਿੱਚ ਬਹਿ ਕੇ ਜਿਹੜੇ ਵੀ ਇਸ ਕੌਮ ਦੇ ਜਿਨ੍ਹਾਂ ਨੂੰ ਅਸੀਂ ਦਿੱਤੇ ਹੋਏ ਆ, ਆਪਣੇ ਹੱਕ ਸੌਂਪੇ ਹੋਏ ਆ, ਜਿਨ੍ਹਾਂ ਨੂੰ
ਉਹ ਇਹ ਗੱਲ ਦਾ ਫੈਸਲਾ ਕਰਨ ਕਿ ਕਿੱਥੋਂ ਹੁਕਮ ਆਉਣੇ ਆ ਤੇ ਕਿੱਥੋਂ ਉਹ ਲੋਕਾਂ ਨੇ ਹੁਕਮ ਦੀ ਤਾਮੀਲ ਕਰਨੀ ਆ। ਜਿੱਥੋਂ ਤੱਕ ਜਥੇਦਾਰ ਧਿਆਨ ਸਿੰਘ ਮੰਡ ਹੋਣਾ ਦੀ ਗੱਲ ਆ, ਉਹਨਾਂ ਨੇ 20 ਤਰੀਕ ਨੂੰ ਬੁਲਾਇਆ ਸੀ ਤੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਸਪਸ਼ਟ ਕਰ ਦਿੱਤਾ ਕਿ 2 ਜਿਹੜੇ ਮੰਤਰੀ ਸੀ ਤੇ 3 ਜਿਹੜੇ ਐਮਐਲਏ ਸੀ ਕਾਂਗਰਸ ਦੇ, ਉਹਨਾਂ ਨੇ ਜਾ ਕੇ ਚਿੱਠੀ ਦੇ ਦਿੱਤੀ ਸੀ ਤੇ ਉਹਨਾਂ ਨੇ ਵਿੱਚ ਸਪਸ਼ਟ ਕਰ ਦਿੱਤਾ ਗਿਆ ਇਸ ਗੱਲ ਨੂੰ ਕਿ ਸਾਡੀ ਦੇਖੋ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸ਼ਮੂਲੀਅਤ ਨਹੀਂ ਆ, ਨਾ ਹੀ ਸਾਡੇ ਕੋਲ ਇਖਤਿਆਰ ਨੇ। ਇਹ ਸਾਰੇ ਦੇ ਸਾਰੇ ਇਖਤਿਆਰ ਕਿਉਂਕਿ ਜਿਹੜਾ ਹੋਮ ਡਿਪਾਰਟਮੈਂਟ ਆ ਉਹ ਕੈਪਟਨ ਅਮਰਿੰਦਰ ਸਿੰਘ ਹੋਣਾ ਕੋਲੇ ਆ ਤੇ ਉਹੀ ਇਸ ਲਈ ਜ਼ਿੰਮੇਵਾਰ ਨੇ। ਇਸੇ ਕਰਕੇ ਹੁਣ ਉਹਨਾਂ ਨੇ 20 ਸਤੰਬਰ ਨੂੰ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਬੁਲਾਇਆ। ਹਾਲਾਂਕਿ ਤੁਹਾਨੂੰ ਯਾਦ ਆ ਕਿ ਇਹਨਾਂ ਮੰਤਰੀਆਂ ਨੇ, ਇਹਨਾਂ ਐਮਐਲਏ ਨੇ ਵੀ ਇਹੀ ਸੁਝਾਅ ਦਿੱਤਾ ਸੀ ਕਿ ਜਥੇਦਾਰ ਸਾਹਿਬ ਤੁਸੀਂ ਇਸ ਤਰ੍ਹਾਂ ਮੀਟਿੰਗ ਨਾ ਬੁਲਾਓ, ਸਾਨੂੰ ਬੜੀ ਕਨਫਿਊਜ਼ਨ ਹੋ ਜਾਂਦੀ ਹੈ, ਸਾਨੂੰ ਨਹੀਂ ਪਤਾ ਲੱਗਦਾ ਸੀ ਕਿਹਦੇ ਕੋਲ ਜਾਈਏ ਕਿਹਦੇ ਕੋਲ ਨਾ ਜਾਈਏ, ਕਿਉਂਕਿ ਦੂਸਰੇ ਧਿਰਾਂ ਉਹ ਨਾਰਾਜ਼ ਹੋ ਜਾਂਦੇ ਆ। ਤੁਸੀਂ ਸਾਡੇ ਨਾਲ ਚੰਡੀਗੜ੍ਹ ਆ ਕੇ ਜਾਂ ਕਿਸੇ ਵੀ ਐਸੀ ਜਗ੍ਹਾ ਤੇ ਆ ਕੇ ਸਾਡੇ ਨਾਲ ਗੱਲਬਾਤ ਕਰੋ ਔਰ ਇਸ ਮਸਲੇ ਦਾ ਆਪਾਂ ਹੱਲ ਕਰੀਏ। ਲੇਕਿਨ ਜੇ ਤੁਸੀਂ ਇਸ ਤਰ੍ਹਾਂ ਸਾਨੂੰ ਤਲਬ ਕਰੋਗੇ, ਇਹਦੇ ਨਾਲ ਕੌਮ ਦੇ ਵਿੱਚ, ਇਸ ਭਾਈਚਾਰੇ ਦੇ ਵਿੱਚ ਬੜੀ ਕਨਫਿਊਜ਼ਨ ਆਊਗੀ ਔਰ ਉਹ ਆਈ ਆ। ਔਰ ਤੁਸੀਂ ਦੇਖਿਆ, ਤੁਸੀਂ ਆਪ ਹੀ ਦੱਸਿਆ, ਉਹ ਕਮਿਸ਼ਨ ਕਹਿੰਦਾ ਜਿਹੜਾ ਜਗਤਾਰ ਸਿੰਘ ਹਵਾਰਾ ਵਾਲਾ, ਉਹ ਕਹਿੰਦੇ ਜੀ ਸਾਨੂੰ ਤਾਂ ਪੁੱਛਿਆ ਹੀ ਨਹੀਂ, ਸਾਡੇ ਨਾਲ ਤਾਂ ਸਲਾਹ ਮਸ਼ਵਰਾ ਹੀ ਨਹੀਂ ਕੀਤਾ। ਸੋ ਇਸੇ ਤਰ੍ਹਾਂ ਦੀਆਂ ਸੁਰਾਂ ਹੋਰ ਵੀ ਕਈ ਪਾਸੇ ਆਉਣਗੀਆਂ। ਪਹਿਲਾਂ ਆਪਸ ਦੇ ਵਿੱਚ ਬੈਠ ਕੇ ਇਹ ਫੈਸਲਾ ਕਰ ਲੈਣ ਕਿ ਕਿਹਨੇ ਤਲਬ ਕਰਨਾ, ਕਿਹਦਾ ਫਾਈਨਲ ਫੈਸਲਾ ਹੋਊਗਾ। ਉਸ ਤੋਂ ਬਾਅਦ ਫਿਰ ਇਹਨਾਂ ਤੋਂ ਵੀ ਜਵਾਬ ਲੈ ਜਾਣਗੇ। ਨਾਲੇ ਦੂਸਰੇ ਪਾਸੇ ਰੰਧਾਵਾ ਜੀ, ਇੱਕ ਲੋਕਤੰਤਰ ਦੀ ਪ੍ਰਕਿਰਿਆ ਹੁੰਦੀ ਆ, ਚੁਣੀਆਂ ਹੋਈਆਂ ਸਰਕਾਰਾਂ ਹੁੰਦੀਆਂ, ਜਵਾਬਦੇਹੀਆਂ ਇਹਨਾਂ ਐਮਐਲਏ ਦੀਆਂ, ਇਹਨਾਂ ਦੀਆਂ ਮੰਤਰੀਆਂ ਦੀਆਂ ਵਿਧਾਨ ਸਭਾ 'ਚ ਹੁੰਦੀਆਂ, ਜਵਾਬਦੇਹੀਆਂ ਇਹਨਾਂ ਦੀਆਂ ਲੋਕਾਂ ਵੱਲੋਂ ਹੁੰਦੀਆਂ। ਤੇ ਜਦੋਂ ਇਸ ਤਰ੍ਹਾਂ ਦੇ ਵਿੱਚ ਫੈਸਲੇ ਆ ਜਾਣ ਤੇ ਕਈ ਵਾਰੀ ਕਨਫਿਊਜ਼ਨ ਪੈਦਾ ਹੁੰਦਾ। ਸੋ ਇਸ ਗੱਲ ਨੂੰ ਬਹੁਤ ਧਿਆਨ 'ਚ ਰੱਖਣ ਦੀ ਲੋੜ ਆ। ਹੁਣ ਦੇਖਦੇ ਆ 20 ਸਤੰਬਰ ਨੂੰ ਕੀ ਕੈਪਟਨ ਅਮਰਿੰਦਰ ਸਿੰਘ ਜਾਂਦੇ ਆ ਜਾਂ ਨਹੀਂ ਜਾਂਦੇ ਆ। ਜੀ, ਆਪਾਂ ਬਹੁਤ ਲੰਬਾ ਨਹੀਂ ਜਾਣਾ। ਅੱਜ ਮੇਰੀ ਤਬੀਅਤ ਥੋੜੀ ਨਾਸਾਜ਼ ਹੋਣ ਕਰਕੇ ਅੱਜ ਉਹਨਾਂ ਜਿਹੜਾ ਗੜਕ ਕੇ ਗੱਲ ਹੋਣੀ ਉਹਦੇ 'ਚ ਕਮੀ ਆ ਰਹੀ ਹੈ। ਲੇਕਿਨ ਮੈਂ ਇੱਕ ਸਵਾਲ ਤੁਹਾਡੇ ਤੋਂ ਆਖਰੀ ਪੁੱਛਣਾ ਹੈ। ਜਿਹੜੀ ਕੋਰ ਕਮੇਟੀ ਬੈਠੂਗੀ ਅੱਜ, ਸਿਕੰਦਰ ਸਿੰਘ ਮਲੂਕਾ ਅਜੇ ਵੀ ਵਿੰਗੇ ਆ। ਪਹਿਲੀ ਵਾਰੀ ਹੋਇਆ ਕਿ ਅਕਾਲੀ ਦਲ ਦਾ ਔਰ ਬਾਦਲ ਪਰਿਵਾਰ ਦੇ ਇੰਨੇ ਨੇੜੇ ਦਾ ਕੋਈ ਮੈਂਬਰ ਜਿਹੜਾ ਸਦਾ ਉਹਨਾਂ ਦੇ ਪੈੜ ਦੇ ਵਿੱਚ ਪੈਰ ਰੱਖਦਾ ਰਿਹਾ ਹੋਵੇ, ਉਹਨੇ ਮੀਡੀਆ ਨੂੰ ਕਹਿ ਕੇ ਆਪਣੀਆਂ ਗੱਲਾਂ ਰੱਖੀਆਂ ਨੇ। ਉਹਨਾਂ ਨੇ ਸਾਫ਼ ਕਿਹਾ ਕਿ ਮੇਰਾ ਪੁੱਤ ਹੀ ਲੜੂਗਾ ਉੱਥੋਂ ਇਲੈਕਸ਼ਨ ਮੌੜ ਤੋਂ। ਉਹ ਟੇਢੇ ਨੇ ਤੇ ਟੇਢੇ ਹੀ ਜਾਣਗੇ ਜਿਹੜੀ ਕੋਰ ਕਮੇਟੀ ਆ, ਪਰ ਨਾਲ ਹੀ ਕਹਿ ਗਏ ਕਿ ਮੈਂ ਤਾਂ ਕੋਈ ਮਸਲਾ ਉਠਾਉਣਾ ਨਹੀਂ, ਤੇ ਜੇ ਮੈਨੂੰ ਪੁੱਛਿਆ ਤੇ ਫਿਰ ਮੈਂ ਕਹਿ ਦਿਆਂਗਾ ਜੀ। ਲੇਕਿਨ ਇਹ ਵੀ ਸਵਾਲ ਕਹਿੰਦੇ ਵੱਡਾ ਖੜਾ ਹੋ ਗਿਆ ਕਿ ਅਜੇ ਤੱਕ ਨਾ ਵੱਡੇ ਬਾਦਲ, ਨਾ ਛੋਟੇ ਬਾਦਲ ਤੇ ਨਾ ਪਰਿਵਾਰ ਦੇ ਕਿਸੇ ਹੋਰ ਜੀ ਨੇ ਮਲੂਕਾ ਸਾਹਿਬ ਨੂੰ ਪੁੱਛਿਆ ਕਿ ਤੁਸੀਂ ਤਾਂ ਕੁਝ ਕਹਿ ਰਹੇ ਹੋ, ਮੀਡੀਆ ਸਾਰਾ ਸੁਣ ਰਿਹਾ, ਪੰਜਾਬ ਸਾਰਾ ਸੁਣ ਰਿਹਾ, ਪਰ ਸ਼ਾਇਦ ਜਿੱਦਾਂ ਉਹ ਰਵਾਇਤ ਆ ਨਾ ਕਿ ਬਹੁਤੇ ਵਿਹਰੇ ਦੇ ਕੋਲ ਵੀ ਨਹੀਂ ਜਾਂਦੇ ਹੁੰਦੇ। ਮੈਨੂੰ ਲੱਗਿਆ ਬਾਦਲ ਕਿਹਾ ਨੇ ਅੱਖਾਂ ਦੀਆਂ ਮੀਟੀਆਂ। ਕੀ ਕਹਿੰਦੇ ਹੋ, ਟਿੱਪਣੀ ਕੀ ਦਿੰਦੇ ਹੋ ਇੱਥੇ? ਬਿਲਕੁਲ, ਸਾਰੀਆਂ ਪਾਰਟੀਆਂ ਦੇ ਵਿੱਚ ਮੈਂ ਦੇਖ ਰਿਹਾ ਸੀ ਕਿ ਆਪਣੇ ਆਪ ਨੂੰ ਖੁਦ ਹੀ ਥਾਪ ਲੈਣਾ। ਸਿਕੰਦਰ ਸਿੰਘ ਮਲੂਕਾ, ਜਦੋਂ ਆਪਾਂ ਡਿਸਪਲਿਨ ਦੀ, ਅਨੁਸ਼ਾਸਨ ਦੀ ਗੱਲ ਕਰਦੇ ਆ, ਮੌੜ ਤੋਂ ਬੜੀ ਦੇਰ ਤੋਂ ਉਹ ਇਸ ਜ਼ਮੀਨ ਨੂੰ ਸਿਜ ਰਹੇ ਨੇ ਤੇ ਉਹ ਚਾਹੁੰਦੇ ਸੀ ਕਿ ਉਹਨਾਂ ਦਾ ਮੁੰਡਾ ਜਿਹੜਾ ਉਹ ਰਾਮਪੁਰੇ ਫੂਲ ਤੋਂ ਤੇ ਆਪ ਮੌੜ ਤੋਂ ਸੀਟ ਲੱਗਣ। ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਜਗਮੀਤ ਸਿੰਘ ਬਰਾੜ, ਜਿਨ੍ਹਾਂ ਨੂੰ ਹਮਾਇਤ ਪ੍ਰਾਪਤ ਆ ਹਰਸਿਮਰਤ ਕੌਰ ਬਾਦਲ ਦੀ, ਉਹ ਉੱਥੋਂ ਚੋਣ ਲੜਨਗੇ, ਪਤਾ ਲੱਗਾ। ਹੁਣ ਉਹਨਾਂ ਨੇ ਕਿਹਾ ਵੀ ਜੇ ਇਹ ਗੱਲ ਕਰਨੀ ਹੈ ਸਿਕੰਦਰ ਸਿੰਘ ਮਲੂਕਾ ਨੇ, ਤਾਂ ਫਿਰ ਏਦਾਂ ਕਰੀਏ, ਆਪਾਂ ਹਰ ਪਰਿਵਾਰ ਚੋਂ ਇੱਕ ਵਿਅਕਤੀ ਨੂੰ ਟਿਕਟ ਦਿਓ। ਪਰ ਉਹਨਾਂ ਨੇ ਨਾਲ ਇਹ ਵੀ ਕਲੀਅਰ ਕਰਤਾ ਕਿ ਬਾਦਲ ਪਰਿਵਾਰ ਵਿੱਚ ਸ਼ਾਮਲ ਨਹੀਂ ਆ। ਕਿਉਂ ਨਹੀਂ ਆ ਬਾਦਲ ਪਰਿਵਾਰ ਸ਼ਾਮਲ? ਕਿ ਉਹ ਇਸ ਪਾਰਟੀ ਦਾ ਹਿੱਸਾ ਨਹੀਂ ਹੈ? ਉਹਨਾਂ ਲਈ ਕਾਨੂੰਨ ਵੱਖਰੇ ਆ ਜਾਂ ਉਹਨਾਂ ਲਈ ਅਨੁਸ਼ਾਸਨ ਵੱਖਰਾ? ਦੂਸਰੇ ਪਾਸੇ ਮੈਂ ਥੋੜੀ ਕਾਂਗਰਸ ਦੀ ਵੀ ਗੱਲ ਕਰਦਾ। ਪ੍ਰਨੀਤ ਕੌਰ, ਕੱਲ ਉਹਨਾਂ ਨੇ ਕਿਹਾ, ਜਿਹੜੇ ਐਮਪੀ ਨੇ ਪਟਿਆਲੇ ਤੋਂ, ਕਿ ਪਟਿਆਲੇ ਤੋਂ ਤਾਂ ਕੈਪਟਨ ਅਮਰਿੰਦਰ ਸਿੰਘ ਹੀ ਲੜਨਗੇ। ਇੱਕ ਹੋਰ ਗੱਲ ਸਾਹਮਣੇ ਆ ਰਹੀ ਹੈ, ਪਤਾ ਲੱਗਾ ਉਹਨਾਂ ਦੀ ਕੁੜੀ ਆ ਜੈਇੰਦਰ ਕੌਰ, ਸ਼ਾਇਦ ਉਹ ਵੀ ਚੋਣ ਲੜਨ 'ਚ ਇੰਟਰਸਟਿਡ ਆ। ਪ੍ਰਤਾਪ ਸਿੰਘ ਬਾਜਵਾ ਕਹਿੰਦੇ ਅਸੀਂ ਗੁਰਦਾਸਪੁਰ ਤੇ ਲੜਾਂਗੇ। ਮੇਰਾ ਕਹਿਣ ਦਾ ਮਤਲਬ ਸਾਰੇ ਆਪਣੇ ਆਪ ਦੇ ਵਿੱਚ ਪਹਿਲਾਂ ਹੀ ਤਿਆਰੀਆਂ ਕਰੀ ਬੈਠੇ ਹੁੰਦੇ ਆ, ਮੰਨ ਕੇ ਚੱਲਦੇ ਹੁੰਦੇ ਆ ਕਿ ਇਹ ਤਾਂ ਸੀਟ ਸਾਡੀ ਆ ਔਰ ਹਰੇਕ ਪਾਰਟੀ 'ਚ ਇਸ ਤਰ੍ਹਾਂ ਦੀ ਬਗਾਵਤ ਆਉਣ ਵਾਲੇ ਸਾਨੂੰ ਦਿਨਾਂ 'ਚ ਮਿਲੂਗੀ। ਲੇਕਿਨ ਹਾਂ, ਸ਼੍ਰੋਮਣੀ ਅਕਾਲੀ ਦਲ 'ਚ ਆਮ ਤੌਰ ਤੇ ਬਾਦਲ ਪਰਿਵਾਰਾਂ ਦੇ, ਖਾਸ ਤੌਰ ਤੇ ਬਾਦਲ ਪਰਿਵਾਰ ਦੇ ਅੱਗੇ ਕੋਈ ਬੋਲਦਾ ਨਹੀਂ ਸੀ। ਲੇਕਿਨ ਜਦੋਂ ਤੋਂ ਸੁਖਦੇਵ ਸਿੰਘ ਢੀਂਡਸਾ ਅਤੇ ਜਿਸ ਤਰ੍ਹਾਂ ਰਣਜੀਤ ਸਿੰਘ ਬ੍ਰਹਮਪੁਰਾ, ਪਰਮਿੰਦਰ ਸਿੰਘ ਢੀਂਡਸਾ ਜਾਂ ਹੋਰ ਤਮਾਮ ਗਏ ਨੇ, ਈਵਨ ਸੇਵਾ ਸਿੰਘ ਸੇਖਵਾਂ, ਉਦੋਂ ਤੋਂ ਸਾਰਿਆਂ ਨੂੰ ਪਤਾ ਲੱਗਾ ਕਿ ਜੇ ਬਾਦਲ ਪਰਿਵਾਰ ਦੇ ਅੱਗੇ ਨਾ ਬੋਲੇ ਤਾਂ ਉਹਨਾਂ ਦੀ ਰਾਜਨੀਤੀ ਜਾਂ ਉਹਨਾਂ ਦੀ ਜਿਹੜੀ ਸਿਆਸੀ ਭਵਿੱਖ ਆ ਉਹ ਕਿਤੇ ਨਾ ਕਿਤੇ ਖਤਰੇ 'ਚ ਹੋਊਗਾ। ਆਪਣੇ ਲਾਲਚ ਵੀ ਨੇ ਇਹਦੇ 'ਚ ਵੀ, ਸਾਨੂੰ ਪਤਾ ਲੱਗਦਾ, ਤੇ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਕਿ ਸਾਡੀ ਜਿਹੜੀ ਸਿਆਸੀ ਜ਼ਮੀਨ ਆ ਉਹ ਵੀ ਖੁੱਸ ਜੂਗੀ। ਇਸੇ ਕਰਕੇ ਸਾਨੂੰ ਇਹ ਸਭ ਬਗਾਵਤੀ ਸੁਰਾਂ ਵੱਖਰੀਆਂ ਪਾਰਟੀ 'ਚ ਨਜ਼ਰ ਆ ਰਹੀਆਂ। ਜੀ ਬਿਲਕੁਲ ਮਨਪ੍ਰੀਤ ਜੀ। ਦੋਸਤੋ, ਅਸੀਂ ਦੋ ਬੜੇ ਅਹਿਮ ਵਿਸ਼ਿਆਂ ਤੇ ਜਿਹੜੇ ਮਾਹਿਰ ਪੈਨਲ ਹੋਣਗੇ ਉਹਨਾਂ ਨਾਲ ਗੱਲ ਕਰਾਂਗੇ। ਮੈਨੂੰ ਲੱਗਦਾ ਕਿ ਅਕਾਲੀ ਪੋਲਿਟਿਕਸ ਦੇ ਵਿੱਚ ਇੱਕ ਜਗ੍ਹਾ ਨਹੀਂ,
ਹੁਣ ਜਦੋਂ ਕਿਉਂਕਿ ਪਹਿਲਾਂ ਹਰਸਿਮਰਤ ਕੌਰ ਬਾਦਲ ਜਿਹੜੇ ਉਹ ਦਿੱਲੀ 'ਚ ਰਾਜਨੀਤੀ ਕਰ ਰਹੇ ਸੀ, ਉਹਨਾਂ ਕੋਲ ਫੁਰਸਤ ਨਹੀਂ ਸੀ ਪੰਜਾਬ ਦੇ ਵਿੱਚ, ਹੁਣ ਉਹ ਬਠਿੰਡੇ ਵਾਲੀ ਸਾਈਡ ਤੇ ਪੂਰੇ ਸਰਗਰਮ ਨੇ। ਤਾਂ ਕੁਦਰਤੀ ਤੌਰ ਤੇ ਪਹਿਲਾਂ ਜਿਹੜੀਆਂ ਵਫਾਦਾਰੀਆਂ ਇੱਕ ਜਗ੍ਹਾ ਤੇ ਹੁੰਦੀਆਂ ਸੀ, ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਵਫਾਦਾਰੀ ਹੁੰਦੀ ਸੀ, ਉੱਥੋਂ ਟਿਕਟ ਮਿਲਦੀ ਸੀ, ਫਿਰ ਨਾਲ ਸੁਖਬੀਰ ਸਿੰਘ ਬਾਦਲ ਆ ਗਏ, ਫਿਰ ਬਿਕਰਮ ਸਿੰਘ ਮਜੀਠੀਆ ਆ ਗਏ ਇੱਕ ਖਾਸ ਖਿੱਤੇ ਲਈ, ਤੇ ਹੁਣ ਮੈਨੂੰ ਲੱਗਦਾ ਕਿ ਦੋ ਧਿਰੀ ਹਰਸਿਮਰਤ ਕੌਰ ਬਾਦਲ ਮਾਲਵੇ ਦੇ ਅੱਧੀਆਂ ਸੀਟਾਂ ਦੇ ਉੱਤੇ ਫੈਸਲੇ ਕਰਨਗੇ। ਇਸੇ ਕਰਕੇ ਸ਼ਾਇਦ ਜਦੋਂ ਮਲੋਕਾ ਸਾਹਿਬ ਨੂੰ ਇਧਰਲੇ ਬੰਨੇ ਤੋਰਿਆ ਗਿਆ ਸੀ ਮੌੜ ਵਾਲੇ ਪਾਸੇ, ਤਾਂ ਹੁਣ ਜਿਹੜੀ ਹੁੰਗਾਰਾ ਭਰਤਾ ਗਿਆ ਜਗਮੀਤ ਸਿੰਘ ਬਰਾੜ ਨੂੰ, ਉਹ ਵੀ ਬੁਲਾਰੇ ਚੰਗੇ ਆ ਤੇ ਬੁਲਾਰਿਆਂ ਦੀ ਕਮੀ ਆ ਸ਼੍ਰੋਮਣੀ ਅਕਾਲੀ ਦਲ ਕੋ। ਮੈਂ ਤੁਹਾਡੀ ਟਿੱਪਣੀ ਲਾ ਲਈ ਨਾ, ਲੇਕਿਨ ਇਸੇ ਤਰ੍ਹਾਂ ਦਾ ਇੱਕ ਅਸੀਂ ਮਾਹਿਰਾਂ ਦਾ ਪੈਨਲ ਲੈ ਕੇ ਜਿਹੜੀ ਗੱਲ ਵਿਧਾਨ ਸਭਾ ਦੇ ਛੋਟੇ ਹੁੰਦੇ ਸੈਸ਼ਨ ਉਹਨਾਂ ਦੇ ਉੱਤੇ ਕਰਾਂਗੇ, ਇਹ ਵੀ ਬਹੁਤ ਅਹਿਮ ਆ ਕਿ ਵਿੱਚੋਂ ਦੀ ਬਚ ਕੇ ਨਿਕਲਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਸਿੱਧੂ ਨੇ ਮੰਗਿਆ 5 ਦਿਨ ਦਾ ਸੈਸ਼ਨ, ਦੇਣਾ ਕਿਸੇ ਨੇ ਕਿ ਨਹੀਂ ਦੇਣਾ, ਕਿਉਂਕਿ ਆਮ ਤੌਰ ਤੇ ਸਪੀਕਰ ਦਾ ਇਹ ਆਪਣਾ ਅਧਿਕਾਰ ਖੇਤਰ ਹੈ ਕਿ ਉਹ ਕਿਸੇ ਮੰਗ ਨੂੰ ਸਵੀਕਾਰ ਕਰੇ ਜਾਂ ਨਾ ਕਰੇ, ਕਿਸੇ ਮਤੇ ਨੂੰ ਪ੍ਰਵਾਨ ਕਰੇ ਨਾ ਕਰੇ। ਸਪੀਕਰ ਸਾਹਿਬ ਨਾਲ ਵੀ ਗੱਲ ਕਰਾਂਗੇ ਇਹਨਾਂ ਮੁੱਦਿਆਂ ਤੇ। ਟਿੱਪਣੀ ਤੁਸੀਂ ਕੁਝ ਦੇਣਾ ਚਾਹ ਰਹੇ ਹੋ ਮਨਪ੍ਰੀਤ ਜੀ, ਕੁਝ ਕਹਿਣਾ ਚਾਹ ਰਹੇ ਹੋ? ਬਸ ਮੈਂ ਉਸੇ 'ਚ ਇੱਕ ਗੱਲ ਜੋੜਨਾ ਚਾਹੁੰਦਾ ਕਿ ਇਕੱਲੇ ਇੱਥੋਂ ਤੱਕ ਨਹੀਂ, ਸਿਕੰਦਰ ਸਿੰਘ ਮਲੂਕਾ ਤੱਕ ਨਹੀਂ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਵੀ ਪਤਾ ਆਪਾਂ ਨੂੰ, ਉਹ ਤੇ ਉਹਨਾਂ ਦੀ ਪਤਨੀ ਕਿਸ ਤਰ੍ਹਾਂ ਖੇਮਕਰਨ ਸੀਟ ਲਈ ਤੇ ਕਿਸ ਤਰ੍ਹਾਂ ਵਿਰਸਾ ਸਿੰਘ ਵਲਟੋਆ ਨਾਲ ਲੜਾਈ ਆ ਉਹਨਾਂ ਦੀ, ਇਹ ਵੀ ਆਪਾਂ ਨੂੰ ਯਾਦ ਰੱਖਣਾ ਚਾਹੀਦਾ। ਸੋ ਕੋਈ ਪਾਰਟੀ ਬਚੇ ਨਹੀਂ ਆ। ਮੈਂ ਆਉਣਾ ਵਾਪਸ ਵਿਧਾਨ ਸਭਾ ਸੈਸ਼ਨ ਤੇ। ਦੇਖੋ ਇਹ ਗੱਲ ਬਿਲਕੁਲ ਰੰਧਾਵਾ ਜੀ, ਆਪਾਂ ਨੂੰ ਪਤਾ ਆਪਾਂ ਬਹਿਸਾਂ ਕਿੱਥੇ ਕਰਨੀਆਂ ਹੁੰਦੀਆਂ, ਸਾਡੇ ਵਿਚਾਰ ਕਿੱਥੇ ਸੁਣੇ ਜਾਣ, ਸਾਡੇ ਕਾਨੂੰਨ ਕਿੱਥੇ ਬਣਨ, ਤੇ ਸਾਡੇ ਜਿਹੜੇ ਅਸੀਂ MLA ਆ ਇਹ ਕਾਨੂੰਨ ਬਣਾਉਂਦੇ ਨੇ ਜਾ ਕੇ। ਅਸੀਂ ਜਿਹੜੇ ਸਿਆਸਤਦਾਨ ਚੁਣਦੇ ਆ ਉਹ ਜਾਂਦੇ ਨੇ ਵਿਧਾਨ ਸਭਾ ਦੇ ਵਿੱਚ, ਕਾਨੂੰਨ ਬਣਾਉਂਦੇ ਨੇ, ਕਾਨੂੰਨ ਜਿਹੜੇ ਬਿੱਲ ਲੈ ਕੇ ਆਉਂਦੇ ਉਹਨਾਂ ਤੇ ਬਹਿਸ ਹੋਣੀ ਹੁੰਦੀ ਆ। ਕੀ ਕਰਦੇ ਆ ਸਾਡੇ ਜਿਹੜੇ ਆਮ ਤੌਰ ਤੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਸੱਤਾ ਦੇ ਵਿੱਚ ਹੁੰਦੀਆਂ, ਇੱਕ ਦਿਨ ਦਾ ਸੈਸ਼ਨ ਬੁਲਾ ਲੈਂਦੀਆਂ। ਇਹ ਮਜ਼ਾਕ ਨਹੀਂ ਹੈ। ਤੁਸੀਂ ਦੇਖੋ ਕੋਈ ਵੀ ਜਿਹੜੀ ਹੈ ਵਿਧਾਨ ਸਭਾ ਹੋਵੇ, ਪਾਰਲੀਮੈਂਟ ਹੋਵੇ, ਜਦੋਂ ਪਾਰਲੀਮੈਂਟ ਜਾਂ ਵਿਧਾਨ ਸਭਾ ਚੱਲਦੀਆਂ ਨਹੀਂ ਤੇ ਉਹਦਾ ਨੁਕਸਾਨ ਸਾਡੇ ਆਮ ਲੋਕਾਂ ਨੂੰ ਹੁੰਦਾ, ਕਿਉਂਕਿ ਉੱਥੇ ਕਿਸੇ ਵੀ ਮੁੱਦੇ ਤੇ ਸੰਜੀਦਗੀ ਨਾਲ ਬਹਿਸ ਨਹੀਂ ਹੁੰਦੀ। ਸੋ ਲੋਕਾਂ ਨੂੰ ਇੱਕ ਤਰ੍ਹਾਂ ਦਾ ਵਾਂਝੇ ਰੱਖਿਆ ਜਾਂਦਾ। ਤੁਸੀਂ ਆਪ ਹੀ ਤੈਅ ਕਰ ਲੈਂਦੇ ਨੇ। ਕੈਪਟਨ ਅਮਰਿੰਦਰ ਸਿੰਘ ਨੂੰ ਲੱਗਦਾ ਕਿ ਜੇ ਮੈਂ ਇੱਕ ਦਿਨ ਤੋਂ ਵੱਧ ਦਾ ਸੈਸ਼ਨ ਬੁਲਾ ਲਿਆ ਤੇ ਸਾਰੇ ਮੁੱਦਿਆਂ ਤੇ ਚਰਚਾ ਹੋਣਗੀ। ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਇਹ ਬੜਾ ਵਧੀਆ ਜਿਹੜਾ ਸਵਾਲ ਚੱਕਿਆ। ਵਿਰੋਧੀ ਧਿਰ ਵੀ ਜਿਹੜੇ ਆ ਉਹ ਵੀ ਚਾਹੁੰਦੇ ਨੇ ਕਿ ਲੰਮਾ ਸੈਸ਼ਨ ਹੋਵੇ, ਆਮ ਆਦਮੀ ਪਾਰਟੀ ਵੀ ਚਾਹੁੰਦੀ ਆ, ਸ਼੍ਰੋਮਣੀ ਅਕਾਲੀ ਦਲ ਵੀ ਚਾਹੁੰਦੇ ਆ, ਕਿਉਂਕਿ ਜਿੰਨੀ ਦੇਰ ਤੱਕ ਸੈਸ਼ਨ, ਦੇਖੋ ਪਹਿਲਾਂ ਜਿਹੜੇ ਇੱਕ ਦਿਨ ਦਾ ਸੈਸ਼ਨ ਆ ਤੁਹਾਨੂੰ ਵੀ ਪਤਾ ਰੰਧਾਵਾ ਜੀ, ਉਹ ਜਾਂ ਤਾਂ ਓਬਚੁਰੀਜ਼ ਹੋਣੀਆਂ, ਪਹਿਲਾਂ ਸ਼ਰਧਾਂਜਲੀਆਂ ਦਿੰਦੇ ਆ, ਤੇ ਜਾਂ ਤੇ ਫਿਰ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ 400 ਸਾਲਾ ਸਥਾਪਨਾ ਦਿਵਸ ਆ ਉਸ ਦੀਆਂ ਸੈਲੀਬ੍ਰੇਸ਼ਨਸ ਤੋਂ ਬਾਅਦ ਉਹਨੇ ਖਤਮ ਹੋ ਜਾਣਾ। ਉਸ ਤੋਂ ਬਾਅਦ ਜਿਹੜੇ ਜਨਤਾ ਦੇ ਮੁੱਦੇ ਆਉਣੇ ਆ ਉਹ ਕਿਤੇ ਨਹੀਂ ਆਉਣੇ। ਜਿਸ ਤਰ੍ਹਾਂ ਅਸੀਂ ਪਾਵਰ ਪਰਚੇਜ਼ ਐਗਰੀਮੈਂਟਸ ਦੀ ਗੱਲ ਕਰਨੀ ਆ ਜਾਂ ਹੋਰ तमाम ਮੁੱਦਿਆਂ ਦੀ ਗੱਲ ਕਰਨੀ ਆ, ਉਹ ਤਾਂ ਕਿਤੇ ਸੁਣੇ ਨਹੀਂ ਜਾਣੇ, ਨਾ ਉਸ ਤੇ ਬਹਿਸ ਹੋਣੀ ਆ ਵੀ ਕੀ ਤੁਹਾਡਾ ਤੁਸੀਂ ਅੱਜ ਤੱਕ ਕੀਤਾ ਕੀ ਆ। ਸੋ ਇਸੇ ਕਰਕੇ ਉਹ ਸੈਸ਼ਨ ਮੰਗ ਰਹੇ ਆ, ਤੇ ਇਹ ਧਿਆਨ 'ਚ ਰੱਖਣਾ ਚਾਹੀਦਾ, ਚਾਹੇ ਅੱਜ ਕਾਂਗਰਸ ਆ, ਕੱਲ ਨੂੰ ਸ਼੍ਰੋਮਣੀ ਅਕਾਲੀ ਦਲ ਆਉਂਦਾ ਜਾਂ ਆਮ ਆਦਮੀ ਪਾਰਟੀ, ਸਾਰਿਆਂ ਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਕਿ ਵਿਧਾਨ ਸਭਾ ਤੋਂ ਬਾਹਰ ਤੁਸੀਂ ਜਿੰਨੀ ਮਰਜ਼ੀ ਬਹਿਸ ਕਰੀ ਜਾਓ, ਕਿਸੇ ਰੈਕਟ ਤੇ ਨਹੀਂ ਆਉਂਦੀ, ਕੋਈ ਉਹਦਾ ਕੋਈ ਸਾਰ ਨਹੀਂ ਲੈਂਦਾ। ਇੱਥੇ ਬਹਿਸ ਕਰੋ, ਇੱਥੇ ਕਾਨੂੰਨ ਬਣਾਓ, ਇੱਥੇ ਜਨਤਾ ਨੂੰ ਜਵਾਬਦੇਹੀ ਦਿਓ, ਤਾਂ ਹੀ ਤੁਹਾਡਾ ਕੋਈ ਫਾਇਦਾ ਹੈਗਾ ਤੁਹਾਨੂੰ ਚੁਣੇ ਜਾਣ ਦਾ। ਨਹੀਂ ਤਾਂ ਤੁਹਾਡੇ ਚੁਣੇ ਜਾਣ ਦਾ ਜਾਂ ਨਾ ਚੁਣੇ ਜਾਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਲੋਕਾਂ ਨੂੰ, ਜੇ ਤੁਸੀਂ ਵਿਧਾਨ ਸਭਾ ਦੇ ਵਿੱਚ ਜਾ ਕੇ ਗੱਲ ਹੀ ਨਹੀਂ ਕਰਨੀ। ਜੀ ਬਹੁਤ ਮਿਹਰਬਾਨੀ ਮਨਪ੍ਰੀਤ ਜੀ, ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।